किश्त 161ਵੀਂ। ਥੋੜ੍ਹੀ ਬਹੁਤੀ ਠੰਡ ਪੈਣੀ ਸ਼ੁਰੂ ਹੋ ਚੁੱਕੀ ਸੀ। ਗੁਰਨੇਕ ਵੀ ਵਿਦੇਸ਼ੋਂ ਵਾਪਸ ਪਰਤ ਆਇਆ ਸੀ। ਅਦਾਲਤ ਵਿੱਚ ਦੂਜੀ ਧਿਰ ਨੇ ਗਵਾਹੀਆਂ ਪੇਸ਼ ਕਰਨੀਆਂ ਸਨ। ਮੈਂ ਹਰ ਤਰੀਕ 'ਤੇ ਹਾਜ਼ਰ ਰਹਿੰਦਾ ਸਾਂ ਤਾਂ ਕਿ ਵੇਖ ਸਕਾਂ ਕਿ ਕਿਹੜਾ ਬੰਦਾ ਮੇਰੇ ਉਲਟ ਗਵਾਹੀ ਦੇਣ ਆ ਰਿਹਾ ਹੈ। ਵਕੀਲ ਨੇ ਵੀ ਮੈਨੂੰ ਆਖ ਰੱਖਿਆ ਸੀ ਕਿ ਦੂਜੀ ਧਿਰ ਦੇ ਗਵਾਹਾਂ ਦੇ ਬਿਆਨ ਦਰਜ ਕਰਵਾਉਣ ਵੇਲੇ ਮੇਰੀ ਮੌਜੂਦਗੀ ਬਹੁਤ ਜ਼ਰੂਰੀ ਹੈ, ਕਿਉਂਕਿ ਮੈਂ ਸਬੰਧਤ ਆਦਮੀ ਦੀ ਪਹਿਚਾਣ ਕਰਕੇ ਉਸ ਤੋਂ ਉਹੋ ਜਿਹੇ ਪ੍ਰਸ਼ਨ ਪੁੱਛਣ ਵਿੱਚ ਉਸ ਦੀ ਮਦਦ ਕਰ ਸਕਦਾ ਸਾਂ। ਦੂਜਾ ਇਹ ਕਿ ਦੂਜੀ ਧਿਰ ਵਾਲੇ ਕਿਸੇ ਗਲਤ ਬੰਦੇ ਨੂੰ ਲਿਆ ਕੇ ਗਵਾਹ ਦੇ ਤੌਰ 'ਤੇ ਅਦਾਲਤ ਵਿੱਚ ਭੁਗਤਾ ਸਕਦੇ ਹਨ। ਇਸ ਲਈ ਹਰ ਤਰੀਕ ਵੇਲੇ ਅਦਾਲਤ ਵਿੱਚ ਮੇਰੀ ਮੌਜੂਦਗੀ ਜ਼ਰੂਰੀ ਸੀ। ਮੈਂ ਇਸ ਨੇਮ ਦਾ ਪੂਰੀ ਤਰ੍ਹਾਂ ਪਾਲਣ ਕਰਦਾ ਵੀ ਰਿਹਾ। ਦੂਜੀ ਧਿਰ ਹਰ ਵਾਰ ਹੀ ਅਗਲੀ ਤਾਰੀਖ ਦੀ ਬੇਨਤੀ ਕਰ ਦਿੰਦੀ ਸੀ ਤੇ ਜੱਜ ਇਸ ਨੂੰ ਮੰਨ ਲੈਂਦੀ ਸੀ। ਹਰ ਵਾਰੀ ਮੈਂ ਬੇਹੱਦ ਨਿਰਾਸ਼ ਹੋ ਕੇ ਘਰ ਨੂੰ ਪਰਤ ਆਉਂਦਾ ਸਾਂ। ਇਸ ਵਰਤਾਰੇ ਤੋਂ ਅੱਕ ਕੇ ਮੈਂ ਇੱਕ ਦਿਨ ਆਪਣੇ ਹਮਦਰਦ ਪੁਲਿਸ ਵਾਲੇ ਨੂੰ ਫੋਨ ਮਿਲਾ ਲਿਆ ਤੇ ਉਸ ਤੋਂ ਮਿਲਣ ਦਾ ਸਮਾਂ ਮੰਗਿਆ। ਉਸ ਨੇ ਉਸ ਦਿਨ ਸ਼ਾਮ ਨੂੰ ਹੀ ਆਪਣੇ ਇੱਕ ਸੁਰੱਖਿਅਤ ਟਿਕਾਣੇ 'ਤੇ ਮੈਨੂੰ ਸੱਦ ਲਿਆ। ਮੈਂ ਬੱਸ ਵਾਲੀਆਂ ਸਾਰੀਆਂ ਵੀਡੀਓਜ਼ ਤੇ ਫੋਟੋਆਂ ਮੋਬਾਈਲ ਵਿੱਚੋਂ ਉਸ ਨੂੰ ਵਿਖਾ ਦਿੱਤੀਆਂ ਸਨ। ਉਹ ਸਾਰਾ ਕੁਝ ਵੇਖ ਕੇ ਬਹੁਤ ਖੁਸ਼ ਹੋਇਆ ਤੇ ਮੇਰੇ ਸਿਰ ਉੱਤੇ ਪਿਆਰ ਨਾਲ ਹੱਥ ਮਾਰਦਾ ਹੋਇਆ ਬੋਲਿਆ, ਯਾਰ ਤੂੰ ਤਾਂ ਬੜਾ ਅਸਤਰ ਬੰਦਾ ਨਿਕਲਿਆ, ਸਾਡੇ ਨਾਲੋਂ ਵੀ ਤੇਜ਼। ਹੁਣ ਤਾਂ ਤੇਰੇ ਕੋਲ 2 ਪਰਮਾਣੂ ਬੰਬ ਆ ਗਏ ਆ, ਤੇਰੀ ਜਿੱਤ ਪੱਕੀ ਆ। ਮੈਂ ਉਸ ਨੂੰ ਪੁੱਛਿਆ, ਸਰ ਤੁਹਾਡੇ ਵਾਲੇ ਬੰਬ ਨੂੰ ਵੇਖ ਕੇ ਇਹ ਜੁਗਾੜ ਕੀਤਾ, ਹੁਣ ਦੱਸੋ ਧਮਾਕਾ ਕਦੋਂ ਕਰਨਾ? ਉਹ ਬੋਲਿਆ, ਅਜੇ ਰੁਕ ਜਾ ਥੋੜ੍ਹਾ ਜਿਹਾ ਸਮਾਂ। ਮੈਂ ਜਪਨਾਮ ਨੂੰ ਗੱਲੀਂ ਬਾਤੀਂ ਬਥੇਰੀ ਵਾਰ ਸਮਝਾ ਚੁੱਕਿਆ, ਪਰ ਉਸ ਵਿਚਲਾ ਪੁਲਸੀਆ ਹੰਕਾਰ ਮਾਰ ਹੀ ਨਹੀਂ ਰਿਹਾ। ਤੂੰ ਇੰਝ ਕਰ, ਇੱਕ RTI ਪਾ ਕੇ ਵਿਭਾਗ ਕੋਲੋਂ ਪੁੱਛ ਕੇ ਤਾਂ ਵੇਖ ਕਿ ਇਹ ਬੱਸ ਕਿਸ ਅਧਿਕਾਰੀ ਦੇ ਹੁਕਮ ਨਾਲ ਉੱਥੇ ਖੜੀ ਕੀਤੀ ਜਾ ਰਹੀ ਹੈ, ਜਾਂ ਫਿਰ ਇਹ ਆਪ ਹੀ ਸਰਕਾਰੀ ਮਸ਼ੀਨਰੀ ਨੂੰ ਦੱਬੀ ਫਿਰਦੇ ਨੇ, ਜਿਵੇਂ ਪਿਓ ਨੇ ਖਰੀਦ ਕੇ ਦਿੱਤੀ ਹੋਵੇ। ਉਸ ਨੇ ਸ਼ਾਂਤ ਮਨ ਨਾਲ ਆਖਿਆ ਸੀ। ਮੈਂ ਆਪਣੀ ਸ਼ੰਕਾ ਜ਼ਾਹਰ ਕੀਤੀ, ਸਰ ਅਜਿਹੀ RTI ਪਾਉਣ ਨਾਲ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਮੈਂ ਉਹਨਾਂ 'ਤੇ ਇਹ ਕੇਸ ਕਰਨ ਜਾ ਰਿਹਾ। ਕਿਸ਼ਤ 162ਵੀਂ। ਉਹ ਬੋਲਿਆ, ਉਹ ਕੋਈ ਨਹੀਂ, ਲੱਗ ਜਾਣ ਦੇ। ਇਸ ਦੇ 2 ਫਾਇਦੇ ਹੋਣਗੇ। ਪਹਿਲਾ ਤਾਂ ਇਹ ਕਿ RTI ਕੋਈ ਸ਼ਿਕਾਇਤ ਨਹੀਂ ਹੁੰਦੀ ਤੇ ਸ਼ਾਇਦ ਉਹ ਡਰ ਵੀ ਜਾਣਗੇ ਤੇ ਤੇਰੇ ਨਾਲ ਸਮਝੌਤਾ ਕਰ ਲੈਣਗੇ। ਇਸ ਲਈ ਤੇਰਾ ਘਿਓ ਸਿੱਧੀ ਉਂਗਲ ਨਾਲ ਹੀ ਨਿਕਲ ਆਵੇਗਾ। ਆਪਾਂ ਕਿਹੜਾ ਇਹਨਾਂ ਦਾ ਕੋਈ ਨੁਕਸਾਨ ਕਰਨਾ ਚਾਹੁੰਦੇ ਹਾਂ, ਪਰ ਜੇ ਅਗਲੇ ਨਾ ਟਲੇ ਤਾਂ ਫਿਰ ਉਹਨਾਂ ਨੂੰ ਉਵੇਂ ਵੇਖ ਲਵਾਂਗੇ, ਰਾਕੀ ਨੂੰ ਸੈਨਤ, ਗਧੇ ਨੂੰ ਡੰਡਾ। ਦੂਜਾ ਇਹ ਕਿ ਜੇ ਉਹ ਨਾ ਸਮਝੇ ਤਾਂ ਓਨੇ ਚਿਰ ਵਿੱਚ ਤੇਰੇ ਕੋਲ ਉਸ ਬੱਸ ਦੇ ਅਸਲ ਜਗ੍ਹਾ ਉੱਤੇ ਖੜਾਏ ਜਾਣ ਦਾ ਲਿਖਤੀ ਸਰਕਾਰੀ ਸਬੂਤ ਵੀ ਆ ਜਾਵੇਗਾ। ਉਂਝ ਮੇਰੇ ਖਿਆਲ ਮੁਤਾਬਕ ਇਹ ਬੱਸ ਹੈੱਡਕੁਆਰਟਰ ਵਿੱਚ ਹੀ ਖੜ੍ਹਨੀ ਹੁੰਦੀ ਆ, ਇਸ ਲਈ ਇਹਨਾਂ ਦਾ ਫਸਣਾ ਤੈਅ ਹੀ ਤੈਅ ਹੈ। ਮੈਂ ਉਸ ਅੱਗੇ ਹੱਥ ਜੋੜ ਕੇ ਆਖਿਆ, ਕੋਈ ਨਹੀਂ ਵੀਰ ਜੀ, ਤੁਸੀਂ ਜਿਵੇਂ ਆਖੋਗੇ ਮੈਂ ਉਵੇਂ ਹੀ ਕਰਾਂਗਾ। ਬਸ ਜੀ ਇਹ ਕੇਸ ਨਿਬੜ ਜਾਵੇ, ਮੈਂ ਤੁਹਾਨੂੰ ਤਕੜੀ ਜਿਹੀ ਪਾਰਟੀ ਜ਼ਰੂਰ ਕਰਨੀ ਆ। ਉਹ ਹੱਸ ਕੇ ਬੋਲਿਆ, ਨਹੀਂ ਭਰਾਵਾ, ਪਾਰਟੀਆਂ ਤੋਂ ਤਾਂ ਰੋਜ਼ ਰੋਜ਼ ਖਹਿੜਾ ਛਡਵਾ ਕੇ ਭੱਜਦਾ। ਬਸ ਤੇਰਾ ਮਸਲਾ ਹੱਲ ਹੋ ਜਾਵੇ, ਮੇਰੇ ਲਈ ਤਾਂ ਇਹੋ ਹੀ ਵੱਡੀ ਪਾਰਟੀ ਆ। ਯਾਰ ਸੱਚ ਪੁੱਛੇ ਤਾਂ ਮੇਰੇ ਕੋਲੋਂ ਦਫ਼ਤਰਾਂ ਵਿੱਚ ਭਟਕਦੇ ਹੋਏ ਲੋਕ ਨਹੀਂ ਵੇਖੇ ਜਾਂਦੇ। ਸਾਡੇ ਮਹਿਕਮੇ ਵਿੱਚ ਤਾਂ ਇੰਨਾ ਗੰਦ ਪਿਆ ਹੋਇਆ ਕਿ ਰਹੇ ਰੱਬ ਦਾ ਨਾਂ। ਦੂਜਿਆਂ ਦੇ ਤਾਂ ਮੈਂ ਉਦਾਸੇ ਜਿਹੇ ਚਿਹਰੇ ਪੜ੍ਹਦਾ ਹੁੰਦਾ, ਪਰ ਤੇਰਾ ਤਾਂ ਮੈਂ ਚਿਹਰੇ ਦੇ ਨਾਲ ਨਾਲ ਅਖਬਾਰਾਂ ਵਿੱਚ ਲਿਖਿਆ ਦਰਦ ਵੀ ਪੜ੍ਹ ਲੈਂਦਾ ਹੁੰਦਾ। ਕੋਈ ਨਹੀਂ, ਧੀਰਜ ਰੱਖ ਬੱਲਿਆ, ਭਲੀ ਕਰੂ ਕਰਤਾਰ। ਉਹ ਪੂਰੀ ਹਮਦਰਦੀ ਨਾਲ ਬੋਲਿਆ ਸੀ। ਮੈਂ ਹੱਸਦੇ ਹੋਏ ਆਖਿਆ, ਰੱਬ ਸਭ ਦਾ ਭਲਾ ਕਰੇ ਜੀ।
ਮੈਂ ਤਾਂ ਉਹਨਾਂ ਦਾ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦਾ, ਪਰ ਹੁਣ ਤੁਸੀਂ ਤਾਂ ਸਾਰਾ ਕੁਝ ਵੇਖ ਹੀ ਲਿਆ। ਜੇ ਉਹ ਮੇਰਾ ਗਲ ਘੁੱਟਣਗੇ ਤਾਂ ਮੈਂ ਆਨੇ ਤਾਂ ਕੱਢਾਂਗਾ ਹੀ ਕੱਢਾਂਗਾ। ਉਹਨੇ ਬੜੇ ਹੀ ਪਿਆਰ ਨਾਲ ਆਖਿਆ, ਅੱਤ ਤੇ ਖੁਦਾ ਦਾ ਵੈਰ ਹੁੰਦਾ। ਇਹ ਇਹਨਾਂ ਦਾ ਕਸੂਰ ਨਹੀਂ। ਸਿਆਣੇ ਆਖਦੇ ਆ ਨਾ, ਵਿਨਾਸ਼ ਕਾਲ ਵਿਪਰੀਤ ਬੁੱਧੀ। ਬਸ ਇਹਨਾਂ ਦਾ ਦਿਮਾਗ ਹੀ ਨਹੀਂ ਟਿਕਾਣੇ 'ਤੇ। ਕੋਈ ਨਹੀਂ, ਓਨੇ ਦਿਨ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਅਤੇ ਤੂੰ RTI ਪਾ ਕੇ ਆਪਣੇ ਕਾਗਜ਼ ਪੂਰੇ ਕਰ ਲੈ। ਉਸ ਨੇ ਬੜੇ ਹੀ ਪਿਆਰ ਨਾਲ ਆਖਿਆ ਸੀ। ਮੈਂ ਬੋਲਿਆ, ਚੰਗਾ ਸਰ, ਤੁਹਾਡਾ ਬਹੁਤ ਧੰਨਵਾਦ, ਫਿਰ ਮਿਲਦੇ ਹਾਂ ਕਿਤੇ। ਇੰਨਾ ਆਖ ਕੇ ਮੈਂ ਘਰ ਨੂੰ ਪਰਤ ਪਿਆ ਸਾਂ। ਘਰ ਆਉਂਦੇ ਸਾਰ ਮੈਂ RTI ਨਾਲ ਸੰਬੰਧਿਤ ਸਾਰੇ ਫਾਰਮ ਭਰ ਲਏ ਅਤੇ ਅਗਲੇ ਦਿਨ SSP ਨੂੰ ਰਜਿਸਟਰੀ ਕਰ ਦਿੱਤੀ। ਮੈਨੂੰ ਪਤਾ ਸੀ ਕਿ ਇਹ ਪ੍ਰੇਮ ਪੱਤਰ ਉਸ ਸ਼ਾਮ ਤੱਕ ਹੀ ਪੁਲਿਸ ਦੇ ਹੈੱਡਕੁਆਰਟਰ ਵਿੱਚ ਪੁੱਜ ਜਾਣਾ ਸੀ। ਕਿਸ਼ਤ 163ਵੀਂ। ਹੁਣ ਮੈਨੂੰ ਇੱਕ ਆਸ ਵੀ ਬੱਝ ਗਈ ਸੀ ਕਿ ਇਸ RTI ਦੇ ਡਰ ਅਤੇ ਹਮਦਰਦ ਪੁਲਸੀਏ ਦੁਆਰਾ ਜਪਨਾਮ ਨੂੰ ਸਮਝਾਉਣ ਦੇ ਨਾਲ ਵਿਰੋਧੀ ਧਿਰ ਪੂਰੀ ਤਰ੍ਹਾਂ ਸਮਝ ਜਾਵੇਗੀ ਅਤੇ ਮੇਰਾ ਮਸਲਾ ਜਲਦੀ ਹੀ ਹੱਲ ਹੋ ਜਾਵੇਗਾ। ਮੈਨੂੰ ਯਕੀਨ ਸੀ ਕਿ ਦੂਜੀ ਧਿਰ ਜ਼ਰੂਰ ਹੀ ਕੋਈ ਨਾ ਕੋਈ ਵਿਚੋਲਾ ਪਾ ਕੇ ਆਖ ਦੇਵੇਗੀ ਕਿ ਸਾਡੇ ਵੱਲੋਂ ਲੜਾਈ ਖਤਮ ਹੈ। ਇਸ ਲਈ ਆਪਾਂ ਸ਼ਾਂਤੀ ਨਾਲ ਚੰਗੇ ਗੁਆਂਢੀ ਬਣ ਕੇ ਰਹਿਣਾ ਹੈ। ਆਪਾਂ ਇੱਕ ਦੂਜੇ ਦੇ ਵਿਰੁੱਧ ਕੀਤੀਆਂ ਸਾਰੀਆਂ ਸ਼ਿਕਾਇਤਾਂ ਵਾਪਸ ਲੈ ਲੈਂਦੇ ਹਾਂ ਅਤੇ ਅਸੀਂ ਤੁਹਾਡੇ ਬਣਦੇ ਹੱਕ ਵਿੱਚ ਕੋਈ ਵੀ ਰੋੜਾ ਨਹੀਂ ਅਟਕਾਵਾਂਗੇ। ਹਫ਼ਤਾ 10 ਦਿਨ ਬੀਤ ਗਏ ਸਨ, ਪਰ ਸਾਡੇ ਬੂਹੇ 'ਤੇ ਅਜਿਹੇ ਕਿਸੇ ਵੀ ਬੰਦੇ ਨੇ ਦਸਤਕ ਨਾ ਦਿੱਤੀ। ਮੇਰਾ ਯਕੀਨ ਟੁੱਟਣ ਲੱਗ ਪਿਆ। ਫਿਰ ਮੈਨੂੰ ਉਸ ਹਮਦਰਦ ਪੁਲਿਸ ਵਾਲੇ ਦੀ ਗੱਲ ਯਾਦ ਆ ਜਾਂਦੀ, ਵਿਨਾਸ਼ ਕਾਲੇ ਵਿਪਰੀਤ ਬੁੱਧੀ। ਅਦਾਲਤ ਦੀਆਂ ਤਰੀਕਾਂ ਆਮ ਵਾਂਗ ਪੈਂਦੀਆਂ ਰਹੀਆਂ। ਦੂਜੀ ਧਿਰ ਗਵਾਹ ਭੁਗਤਾਉਣ ਦੀ ਬਜਾਏ ਅਗਲੀ ਤਰੀਕ ਲੈ ਲੈਂਦੀ ਸੀ। ਉਹ ਮੇਰੇ ਦੁਆਰਾ ਸੈਸ਼ਨ ਕੋਰਟ ਵਿੱਚ ਪਾਈ ਗਈ ਸਟੇ ਰੱਦ ਕਰਨ ਵਾਲੀ ਅਰਜ਼ੀ ਦਾ ਕੋਈ ਵੀ ਜਵਾਬ ਨਹੀਂ ਸੀ ਦੇ ਰਹੀ। ਸੈਸ਼ਨ ਕੋਰਟ ਵਿੱਚ ਤਾਂ 3-3 ਮਹੀਨੇ ਦੀ ਲੰਮੀ ਤਰੀਕ ਮੈਨੂੰ ਅੰਦਰੋਂ ਬਾਹਰੋਂ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਜਾਂਦੀ ਸੀ। ਇੱਕ ਦਿਨ ਦੂਜੀ ਧਿਰ ਵੱਲੋਂ ਫਿਰ ਅਗਲੀ ਤਾਰੀਖ ਲੈ ਲਈ ਗਈ। ਜਦ ਮੈਂ ਸਵੇਰ ਦਾ ਗਿਆ, ਸ਼ਾਮ ਨੂੰ ਥੱਕਿਆ ਟੁੱਟਿਆ ਘਰ ਆਇਆ ਤਾਂ ਮੈਂ ਅੱਕ ਕੇ ਆਪਣੀ ਮਾਂ ਨੂੰ ਆਖ ਦਿੱਤਾ, ਮਾਂ, ਮੇਰਾ ਤਾਂ ਜੀਅ ਕਰਦਾ ਕਿ ਪੁਲਿਸ ਵਾਲਿਆਂ ਨੂੰ ਸਬਕ ਸਿਖਾ ਹੀ ਦਈਏ। ਇਹ ਕਿਵੇਂ ਆਪਾਂ ਨੂੰ ਤੰਗ ਕਰਨ ਡਏ ਨੇ। ਨਾ ਚੱਜ ਨਾਲ ਕੇਸ ਲੜਦੇ ਆ ਅਤੇ ਨਾ ਹੀ ਖਹਿੜਾ ਛੱਡਦੇ ਨੇ। ਪੁੱਤ, ਜੇ ਆਪਾਂ ਵੀ ਇਹਨਾਂ ਦਾ ਨੁਕਸਾਨ ਕਰਦੇ ਹਾਂ ਤਾਂ ਆਪਣੇ ਅਤੇ ਇਹਨਾਂ ਵਿੱਚ ਫਰਕ ਕੀ ਰਹਿ ਜਾਵੇਗਾ। ਮੈਨੂੰ ਪਤਾ ਕਿ ਜੇ ਮੇਰੇ ਪੁੱਤ ਵਿੱਚ ਭੋਰਾ ਭਰ ਵੀ ਝੂਠ ਹੁੰਦਾ ਤਾਂ ਇਹਨਾਂ ਕੁੱਤਿਆਂ ਨੇ ਬੁਰੇ ਦੇ ਬਾਰ ਤੱਕ ਜਾਣਾ ਸੀ। ਇਹਨਾਂ ਨੂੰ ਤਾਂ ਆਪਣੇ ਵਿਰੁੱਧ ਨਹੁੰ ਪਾਉਣ ਜੋਗੀ ਵੀ ਥਾਂ ਨਹੀਂ ਮਿਲੀ, ਨਹੀਂ ਤਾਂ ਇਹਨਾਂ ਨੇ ਖੂਹ ਪੁੱਟ ਦੇਣਾ ਸੀ। ਅਗਲਾ ਵਾਧਾ ਕਰ ਜਾਵੇ ਤਾਂ ਲੱਖ ਵਾਰ ਕਰ ਜਾਵੇ, ਪਰ ਆਪਾਂ ਨਹੀਂ ਕਿਸੇ ਦੇ ਬੱਚਿਆਂ ਦੇ ਹੱਥੋਂ ਟੁੱਕ ਹੋਣ ਦਾ ਕਾਰਨ ਬਣਨਾ। ਕੋਈ ਨਹੀਂ, ਸਮਾਂ ਪੈ ਕੇ ਇਹਨਾਂ ਦੇ ਸਾਰੇ ਹੰਕਾਰ ਟੁੱਟ ਜਾਣਗੇ ਅਤੇ ਆਪਣੇ ਪਾਪਾਂ ਕਾਰਨ ਇਹ ਆਪੇ ਹੀ ਮਰ ਜਾਣੇ ਆ। ਮਾਂ ਦੇ ਬੋਲਾਂ ਵਿੱਚ ਮੇਰੇ ਲਈ ਹਮਦਰਦੀ ਅਤੇ ਮੇਰੀ ਮਾਨਸਿਕ ਤਕਲੀਫ ਕਾਰਨ ਦੂਜੀ ਧਿਰ ਪ੍ਰਤੀ ਨਫ਼ਰਤ ਸੀ। ਉਸ ਦੀ ਹਰ ਵਕਤ ਸਭ ਦਾ ਭਲਾ ਮੰਗਣ ਦੀ ਦਿੱਤੀ ਸਿੱਖਿਆ ਹੀ ਮੈਨੂੰ ਸਖਤ ਕਦਮ ਚੁੱਕਣ ਤੋਂ ਰੋਕ ਰਹੀ ਸੀ। ਕਿਸ਼ਤ 164ਵੀਂ। 2 ਵਾਰ ਯਾਦ ਪੱਤਰ ਪਾਉਣ ਤੋਂ ਬਾਅਦ ਬੱਸ ਵਾਲੀ RTI ਦਾ ਜਵਾਬ ਆ ਗਿਆ ਸੀ, ਪਰ ਅਜੇ ਤੱਕ ਪੁਲਿਸ ਵਾਲਿਆਂ ਨੂੰ ਅਕਲ ਨਹੀਂ ਸੀ ਆਈ, ਜਿਸ ਦੀ ਕਿ ਮੈਨੂੰ ਬੜੀ ਬੇਸਬਰੀ ਨਾਲ ਉਡੀਕ ਸੀ। ਸ਼ਾਇਦ ਮੈਂ ਕਿਸੇ ਗਲਤ ਚੀਜ਼ ਦੀ ਉਡੀਕ ਕਰ ਰਿਹਾ ਸਾਂ। RTI ਦੇ ਜਵਾਬ ਵਿੱਚ ਸਪਸ਼ਟ ਲਿਖਿਆ ਗਿਆ ਸੀ ਕਿ ਇਹ ਬੱਸ ਪੁਲਿਸ ਵਿਭਾਗ ਦੇ ਇੱਕ ਸਕੂਲ ਦੇ ਬੱਚੇ ਛੱਡਣ ਲਈ ਲਗਾਈ ਗਈ ਹੈ ਅਤੇ ਸਕੂਲ ਵਿੱਚ ਛੁੱਟੀ ਵਾਲੇ ਦਿਨ ਇਸ ਨੂੰ ਸਰਕਾਰੀ ਕੰਮਾਂ ਲਈ ਵਰਤਿਆ ਜਾਂਦਾ ਹੈ। ਇਸ ਬੱਸ ਨੂੰ
ਕਿਸੇ ਵੀ ਨਿੱਜੀ ਘਰ ਵਿੱਚ ਖੜਾਉਣ ਦਾ ਕੋਈ ਵੀ ਹੁਕਮ ਕਿਸੇ ਵੀ ਪੁਲਿਸ ਅਧਿਕਾਰੀ ਦੁਆਰਾ ਨਹੀਂ ਕੀਤਾ ਗਿਆ ਹੈ। ਮੈਂ ਇਸ ਸਭ ਦੀ ਜਾਣਕਾਰੀ ਆਪਣੇ ਹਮਦਰਦ ਪੁਲਿਸ ਵਾਲੇ ਨੂੰ ਫੋਨ 'ਤੇ ਦੇ ਦਿੱਤੀ ਅਤੇ ਅਗਲੀ ਆਗਿਆ ਮੰਗੀ। ਉਸ ਨੇ ਮੈਨੂੰ 2-4 ਦਿਨ ਹੋਰ ਉਡੀਕ ਕਰਨ ਲਈ ਆਖ ਦਿੱਤਾ ਤਾਂ ਕਿ ਉਹ ਫਿਰ ਜਪਨਾਮ ਨੂੰ ਸਮਝਾ ਸਕੇ। ਤੀਜੇ ਦਿਨ ਉਸ ਦਾ ਫੋਨ ਆ ਗਿਆ ਤੇ ਆਖਣ ਲੱਗਾ, ਯਾਰ ਮੈਂ ਬਥੇਰਾ ਸਮਝਾ ਕੇ ਵੇਖ ਲਿਆ ਪਰ ਉਹ ਸਮਝਦਾ ਹੀ ਨਹੀਂ। ਇਹੀ ਆਖੀ ਜਾਂਦਾ ਕਿ ਮਾਸਟਰ ਮੇਰਾ ਕੀ ਵਿਗਾੜ ਲਊ, ਬਸ ਗੰਗਾ ਰਾਮ ਵਾਲੀ ਰੱਟ ਲਾਈ ਜਾਂਦਾ। ਸਾਡੀ ਕਾਫੀ ਦੇਰ ਗੱਲਬਾਤ ਹੋਈ। ਸਿੱਟਾ ਇਹੀ ਨਿਕਲਿਆ ਕਿ ਜਦ ITI ਪਾਉਣ ਤੋਂ ਬਾਅਦ ਵੀ ਉਹ ਨਹੀਂ ਸਮਝੇ ਹਨ, ਬਸ ਵੀ ਉਵੇਂ ਹੀ ਉੱਥੇ ਖੜਾਈ ਜਾ ਰਹੇ ਹਨ ਤੇ ਕਈ ਵਾਰ ਤਾਂ ਮੇਰੇ ਘਰ ਦੇ ਬੂਹੇ ਅੱਗੇ ਹੀ ਖੜਾਈ ਰੱਖਦੇ ਹਨ। ਇਸ ਦਾ ਮਤਲਬ ਹੈ ਕਿ ਉਹ ਅਜੇ ਵੀ ਪੁਲਸੀਆ ਹੰਕਾਰ ਵਿੱਚ ਹਨ। ਹੁਣ ਉਸ ਨੂੰ ਵੀ ਯਕੀਨ ਹੋ ਗਿਆ ਸੀ ਕਿ ਇਹ ਬੰਦੇ ਸਮਝਾਉਣ 'ਤੇ ਵੀ ਸਮਝਣ ਵਾਲੇ ਨਹੀਂ ਹਨ। ਇਸ ਲਈ ਹੁਣ ਢਿੱਲ ਨਹੀਂ ਕਰਨੀ ਚਾਹੀਦੀ, ਬੱਸ ਵਾਲਾ ਤੀਰ ਚਲਾ ਹੀ ਦਿੱਤਾ ਜਾਣਾ ਚਾਹੀਦਾ ਹੈ। ਉਸ ਨੇ ਇੱਕ ਹੁਕਮ ਵੀ ਦਿੱਤਾ ਸੀ ਕਿ ਇਹ ਬੱਸ ਵਾਲਾ ਮਾਮਲਾ ਕਿਸੇ ਵੀ ਹਾਲਤ ਵਿੱਚ ਮੀਡੀਆ ਦੀ ਨਜ਼ਰ ਵਿੱਚ ਨਹੀਂ ਆਉਣਾ ਚਾਹੀਦਾ, ਕਿਉਂਕਿ ਉਸ ਨੂੰ ਉਮੀਦ ਸੀ ਕਿ ਹੁਣ SSP ਵੀ ਨਵਾਂ ਆ ਚੁੱਕਾ ਹੈ ਤੇ ਇਸ ਤਰ੍ਹਾਂ ਦੀ ਸ਼ਿਕਾਇਤ ਆਉਣ ਨਾਲ ਨਵਾਂ ਸਾਹਿਬ ਜ਼ਰੂਰ ਇਸ ਮਸਲੇ ਨੂੰ ਆਪਣੇ ਹੱਥ ਵਿੱਚ ਲੈ ਕੇ ਦੋਵਾਂ ਧਿਰਾਂ ਨੂੰ ਸਮਝਾ ਬੁਝਾ ਕੇ ਇਸ ਦਾ ਕੋਈ ਮਾਕੂਲ ਹੱਲ ਕਰ ਦੇਵੇਗਾ। ਇਸ ਤਰ੍ਹਾਂ ਸੱਪ ਵੀ ਮਰ ਜਾਵੇਗਾ ਤੇ ਸੋਟੀ ਵੀ ਬਚੀ ਰਹੇਗੀ। ਅਗਲੇ ਦਿਨ ਮੈਂ ਆਪਣੀ ਸ਼ਿਕਾਇਤ ਲਿਖ ਕੇ SSP ਨੂੰ ਪਾ ਦਿੱਤੀ ਤੇ ਨਾਲ ਹੀ ਸਾਫ਼ ਸ਼ਬਦਾਂ ਵਿੱਚ ਧਮਕੀ ਵੀ ਲਿਖ ਦਿੱਤੀ ਕਿ ਜੇ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਸਭ ਫੋਟੋਆਂ ਅਤੇ ਵੀਡੀਓਜ਼ ਨੂੰ ਪ੍ਰੈਸ ਅਤੇ ਸੋਸ਼ਲ ਮੀਡੀਆ ਵਿੱਚ ਵਾਇਰਲ ਕਰਕੇ ਇਸ ਮਸਲੇ ਨੂੰ ਆਮ ਜਨਤਾ ਦੀ ਕਚਹਿਰੀ ਵਿੱਚ ਲੈ ਕੇ ਜਾਣ ਲਈ ਮਜਬੂਰ ਹੋਵਾਂਗਾ, ਜਿਸ ਸਭ ਦੀ ਜ਼ਿੰਮੇਵਾਰੀ ਪੁਲਿਸ ਵਿਭਾਗ ਦੀ ਹੋਵੇਗੀ। ਕਿਸ਼ਤ 165ਵੀਂ। ਹੁਣ ਮੇਰੇ ਲਈ ਆਸ ਦੀ ਕਿਰਨ ਨਵਾਂ SSP ਅਤੇ ਉਸ ਦੁਆਰਾ ਕੀਤੀ ਜਾਣ ਵਾਲੀ ਕਾਰਵਾਈ ਸੀ। ਨਵੇਂ ਸਾਹਿਬ ਬਾਰੇ ਮੈਂ ਇੰਨਾ ਕੁ ਤਾਂ ਜ਼ਰੂਰ ਸੁਣ ਚੁੱਕਿਆ ਸਾਂ ਕਿ ਉਹ ਪਹਿਲੇ ਸਾਹਿਬ ਨਾਲੋਂ ਕੁਝ ਕੁ ਚੰਗਾ ਹੈ। ਮੇਰੇ ਲਈ ਤਾਂ ਉਹ ਤਾਂ ਹੀ ਚੰਗਾ ਸਿੱਧ ਹੋਣਾ ਸੀ ਜੇ ਮੇਰੇ ਇਸ ਮਸਲੇ ਨੂੰ ਹੱਲ ਕਰ ਦਿੰਦਾ। ਠੰਡ ਅਤੇ ਧੁੰਦ ਆਪਣੇ ਜੋਬਨ 'ਤੇ ਸੀ। ਲੋਕ ਆਪਣੇ ਹੱਥਾਂ ਤੱਕ ਨੂੰ ਗਰਮ ਕੱਪੜਿਆਂ ਵਿੱਚ ਲੁਕਾ ਕੇ ਰੱਖਣ ਲਈ ਮਜਬੂਰ ਹੋਏ ਪਏ ਸਨ, ਪਰ ਮੇਰੇ ਇਸ ਨਵੇਂ ਪ੍ਰੇਮ ਪੱਤਰ ਨੇ ਪੁਲਿਸ ਵਿਭਾਗ ਵਿੱਚ ਖਲਬਲੀ ਮਚਾ ਕੇ ਰੱਖ ਦਿੱਤੀ ਸੀ। ਉੱਥੇ ਵਾਪਰਨ ਵਾਲੀ ਇੱਕ ਇੱਕ ਘਟਨਾ ਦੀ ਜਾਣਕਾਰੀ ਮੈਨੂੰ ਸਮੇਂ-ਸਮੇਂ 'ਤੇ ਮਿਲ ਰਹੀ ਸੀ। ਸਾਹਿਬ ਦਾ ਦਿਮਾਗ 7ਵੇਂ ਅਸਮਾਨ 'ਤੇ ਪੁੱਜ ਚੁੱਕਾ ਸੀ ਤੇ ਉਸਨੇ ਆਪਣੇ ਹੀ ਦਫ਼ਤਰ ਵਿੱਚ ਕੰਮ ਕਰ ਰਹੇ ਜਪਨਾਮ ਨੂੰ ਆਪਣੇ ਕਮਰੇ ਵਿੱਚ ਸੱਦ ਕੇ ਉਸ ਦੀ ਕਾਫੀ ਝਾੜ ਝੰਬ ਕੀਤੀ ਸੀ। ਬਿੱਜੂ ਦੇ ਸਿਰ ਉੱਤੇ ਪੈਂਦੇ ਗੰਧਾਲਿਆਂ ਵਾਂਗ ਜਪਨਾਮ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਇਹ ਸਭ ਕੁਝ ਕੀ ਤੇ ਕਿਉਂ ਹੋ ਰਿਹਾ ਹੈ। ਸਾਹਿਬ ਬੜੇ ਗੁੱਸੇ ਵਿੱਚ ਉਸ ਨੂੰ ਪੈ ਨਿਕਲਿਆ ਸੀ। ਤੁਸੀਂ ਮਖੌਲ ਕੀ ਬਣਾ ਰੱਖਿਆ? ਉਹ ਸਰਕਾਰੀ ਬੱਸ ਆ, ਤੁਹਾਡੇ ਪਿਓ ਦੀ ਨਹੀਂ ਕਿ ਜਿੱਥੇ ਮਰਜ਼ੀ ਧੂਈ ਫਿਰੋ। ਆਹ ਅਗਲੇ ਨੇ ਫੋਟੋਆਂ ਖਿੱਚ ਕੇ ਭੇਜੀਆਂ। ਹੁਣ ਮੈਂ ਕਰੂੰ ਤੁਹਾਨੂੰ ਸਭ ਨੂੰ ਲੋਟ, ਜਾਂਚ ਕਰਵਾ ਕੇ ਕਰਦਾ ਤੁਹਾਨੂੰ ਸਭ ਨੂੰ ਸਸਪੈਂਡ। ਸਾਹਿਬ ਵੱਲੋਂ ਦਿੱਤੀਆਂ ਮਾਵਾਂ ਭੈਣਾਂ ਦੀਆਂ ਸਿੱਧੀਆਂ ਗਾਲਾਂ ਵੀ ਜਪਨਾਮ ਨੂੰ ਮੂੰਹ 'ਤੇ ਹੀ ਸੁਣਨੀਆਂ ਪੈ ਗਈਆਂ ਸਨ। ਚੱਲ ਦਫਾਓ ਭੈਣ ਦਾ ਖਸਮ, ਫਿਰ ਬੁਲਾਉਂਦਾ ਤੈਨੂੰ ਤੇ ਬਣਾਉਣਾ ਤੈਨੂੰ ਬੱਸ ਦਾ ਮਾਲਕ। ਸਾਹਿਬ ਫਿਰ ਕੜਕਿਆ ਸੀ। ਸਾਹਿਬ ਦੀ ਕੜਕਵੀਂ ਆਵਾਜ਼ ਸੁਣ ਕੇ ਜਪਨਾਮ ਨੇ ਖਿੱਚ ਕੇ ਸਲੂਟ ਮਾਰਿਆ ਤੇ ਅਚਨਚੇਤੀ ਹੀ ਆਪਣੀ ਹੋਈ ਇਸ ਕੁੱਤੇ ਖਾਣੀ ਤੋਂ ਘਬਰਾਇਆ ਹੋਇਆ ਉਹ ਆਪਣੇ ਮੂੰਹ ਉੱਤੇ ਆਈਆਂ ਹੋਈਆਂ ਤਰੇਲੀਆਂ ਨੂੰ ਪੂੰਝਦਾ ਤੇ ਰੋਣ ਹੱਕਾ ਹੋਇਆ ਬਾਹਰ ਵੱਲ ਨੂੰ ਭੱਜ ਨਿਕਲਿਆ ਸੀ। ਮਜੂਸ ਜਿਹਾ ਹੋਇਆ ਜਪਨਾਮ
ਦਫ਼ਤਰ ਦੇ ਬਾਹਰ ਪਈ ਕੁਰਸੀ ਉੱਤੇ ਨਿਢਾਲ ਹੋ ਕੇ ਡਿੱਗ ਪਿਆ ਸੀ। ਕਿਸੇ ਨੂੰ ਵੀ ਸਮਝ ਨਹੀਂ ਸੀ ਲੱਗ ਰਹੀ ਕਿ ਜਪਨਾਮ ਤਰੇਲੀਓ ਤਰੇਲੀ ਕਿਉਂ ਹੋਇਆ ਪਿਆ ਹੈ। ਉਸ ਦੇ ਇੱਕ ਸਹਿਕਰਮੀ ਨੂੰ ਤਾਂ ਸ਼ੱਕ ਵੀ ਪੈ ਗਈ ਸੀ ਕਿ ਇਹ ਟੀਵੀ ਉੱਤੇ ਚੱਲਦੀ ਮਸ਼ਹੂਰੀ ਵਾਂਗ ਇੰਨੀ ਸਰਦੀ ਵਿੱਚ ਵੀ ਗਰਮੀ ਦਾ ਅਹਿਸਾਸ ਕਿਵੇਂ ਲਈ ਜਾ ਰਿਹਾ ਹੈ। ਉਸਨੇ ਟਾਂਚ ਕਰਦਿਆਂ ਕਿਹਾ ਸੀ, ਜਪਨਾਮ ਅੱਜ ਤਾਂ ਲਕਸ ਕੋਜੀ ਦੇ ਕੱਛਾ ਬਨੈਣ ਪਾਏ ਹੋਏ ਲੱਗਦੇ ਨੇ। ਤੇ ਉਹ ਸ਼ਰਮ ਦਾ ਮਾਰਾ ਕੁਝ ਵੀ ਨਹੀਂ ਸੀ ਬੋਲਿਆ। ਫਿਰ ਕੁਝ ਪਲ ਸੋਚਣ ਤੋਂ ਬਾਅਦ ਉਹ ਸਿੱਧਾ ਐਸਪੀ ਦੇ ਦਫ਼ਤਰ ਵਿੱਚ ਚਲਾ ਗਿਆ। ਕਿਸ਼ਤ 166ਵੀਂ। 5 ਮਿੰਟਾਂ ਬਾਅਦ ਐਸਪੀ ਤੇ ਜਪਨਾਮ ਕਮਰੇ ਵਿੱਚੋਂ ਬਾਹਰ ਆ ਗਏ। ਐਸਪੀ ਵੱਡੇ ਸਾਹਿਬ ਦੇ ਦਫ਼ਤਰ ਵਿੱਚ ਵੜ ਗਿਆ ਤੇ ਉਹ ਕੁੱਤੇ ਝਾਕ ਲਾਈ ਦਫ਼ਤਰ ਦੇ ਬਾਹਰ ਹੀ ਬੈਠਾ ਰਿਹਾ। ਅੱਧੇ ਕੁ ਘੰਟੇ ਬਾਅਦ ਐਸਪੀ ਦਫ਼ਤਰ ਵਿੱਚੋਂ ਨਿਕਲਿਆ ਤੇ ਸਿੱਧਾ ਆਪਣੇ ਕਮਰੇ ਵੱਲ ਨੂੰ ਹੋ ਤੁਰਿਆ ਤੇ ਜਪਨਾਮ ਵੀ ਉਸ ਦੇ ਪਿੱਛੇ ਪਿੱਛੇ ਉਸ ਦੇ ਕਮਰੇ ਵਿੱਚ ਚਲਾ ਗਿਆ। 15-20 ਮਿੰਟ ਤੱਕ ਉਹਨਾਂ ਦੋਵਾਂ ਨੇ ਇਕੱਲਿਆਂ ਹੀ ਗੱਲਬਾਤ ਕੀਤੀ। ਜਦ ਜਪਨਾਮ ਬਾਹਰ ਆਇਆ ਤਾਂ ਉਹ ਕੁਝ ਟੈਕਰੇ ਵਿੱਚ ਸੀ, ਪਰ ਅੰਦਰੋਂ ਪੂਰੀ ਤਰ੍ਹਾਂ ਡਰਿਆ ਤੇ ਬੁਝਿਆ ਹੋਇਆ ਲੱਗਦਾ ਸੀ। ਬਾਹਰ ਆਉਂਦੇ ਸਾਰ ਉਸਨੇ ਸਭ ਤੋਂ ਪਾਸੇ ਜਾ ਕੇ ਕਈ ਬੰਦਿਆਂ ਨਾਲ ਮੋਬਾਈਲ 'ਤੇ ਲੰਬੀ ਗੱਲਬਾਤ ਕੀਤੀ। ਜਪਨਾਮ ਸਾਰਾ ਦਿਨ ਆਪਣੀ ਸੀਟ ਉੱਤੇ ਨਹੀਂ ਬੈਠ ਸਕਿਆ ਸੀ। ਉਸ ਦੀ ਜ਼ੁਬਾਨ ਵਿਚਲੀ ਪੁਲਸੀਆ ਤਲਖੀ ਖਤਮ ਹੋ ਚੁੱਕੀ ਸੀ। ਉਸ ਦੀ ਹਾਲਤ ਪਾਂ ਪਏ ਹੋਏ ਕੁੱਤੇ ਵਰਗੀ ਹੋਈ ਪਈ ਸੀ। ਉਸ ਨੂੰ ਟਿਕਾ ਨਹੀਂ ਸੀ ਆ ਰਿਹਾ। ਉਹ ਕਦੇ ਕਿਸੇ ਇੱਕ ਕੋਲ ਤੇ ਕਦੇ ਕਿਸੇ ਦੂਜੇ ਮੁਲਾਜ਼ਮ ਕੋਲ ਜਾ ਬਹਿੰਦਾ ਤੇ ਫਿਰ ਉੱਥੋਂ ਕਿਸੇ ਹੋਰ ਪਾਸੇ ਚਲਾ ਜਾਂਦਾ। 2-2.5 ਘੰਟੇ ਤਾਂ ਉਸ ਨੇ ਇਹ ਗੱਲ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਸੀ, ਪਰ ਜਦ ਅੰਦਰੋਂ ਅੰਦਰੀ ਦਫ਼ਤਰ ਦੇ ਸਾਰੇ ਕਰਮਚਾਰੀਆਂ ਨੂੰ ਪਤਾ ਲੱਗ ਗਿਆ ਤਾਂ ਉਹ ਉਸ ਕੋਲ ਅਫਸੋਸ ਜਤਾਉਣ ਲਈ ਆਉਣ ਲੱਗ ਪਏ ਸਨ। ਹੁਣ ਉਹ ਢਿੱਲੇ ਮੂੰਹ ਨਾਲ ਆਪਣੇ ਕੋਲ ਆਏ ਨਵੇਂ ਸਾਥੀਆਂ ਨੂੰ ਸਾਰੀ ਕਹਾਣੀ ਮੁੱਢੋਂ ਸੁਣਾਉਣ ਲੱਗ ਪੈਂਦਾ। ਹਰ ਕੋਈ ਉਸ ਨੂੰ ਆਪਣੀ ਸਮਝ ਮੁਤਾਬਕ ਇਸ ਮਸਲੇ ਨੂੰ ਨਜਿੱਠ ਲੈਣ ਦੀ ਸਲਾਹ ਦੇ ਕੇ ਤੁਰ ਜਾਂਦਾ। ਕੋਈ ਉਸ ਨੂੰ ਆਪਣੀ ਜਿੱਦ ਛੱਡਣ ਲਈ ਆਖ ਜਾਂਦਾ ਤੇ ਕੋਈ ਕਹਿ ਜਾਂਦਾ ਕਿ ਇੱਕ ਵਾਰ ਮਿੱਠਾ ਪਿਆਰਾ ਹੋ ਕੇ ਮਸਲਾ ਨਿਬੇੜ ਲੈ, ਬਾਕੀ ਦਾ ਹਿਸਾਬ ਕਿਤਾਬ ਮਾਸਟਰ ਨਾਲ ਕਿਸੇ ਹੋਰ ਤਰੀਕੇ ਨਾਲ ਫਿਰ ਕਦੇ ਕਰ ਲਵਾਂਗੇ। 1-2 ਜਣਿਆਂ ਨੇ ਕਿਹਾ ਸੀ, ਜਦ ਗਿੱਦੜ ਦੀ ਮੌਤ ਆਉਂਦੀ ਆ ਤਾਂ ਉਹ ਸ਼ਹਿਰ ਵੱਲ ਨੂੰ ਭੱਜ ਨਿਕਲਦਾ। ਸ਼ਾਇਦ ਮਾਸਟਰ ਨੂੰ ਪਤਾ ਨਹੀਂ ਕਿ ਪੁਲਿਸ ਵਾਲਿਆਂ ਦੀ ਦੁਸ਼ਮਣੀ ਬੜੀ ਹੀ ਭੈੜੀ ਹੁੰਦੀ ਆ। ਅਜੇ ਉਸ ਨੂੰ ਆਪਣੇ ਵਿਭਾਗ ਦੇ ਹੱਥ ਨਹੀਂ ਲੱਗੇ ਲੱਗਦੇ। ਜਦ ਮਾਸਟਰ ਨੂੰ ਪੁਲਸੀਆਂ ਦਾ ਕੁੱਤੀ ਚੀਕਾ ਪਿਆ ਨਾ, ਫਿਰ ਹੱਥ ਲਾ ਲਾ ਕੇ ਵੇਖੂਗਾ ਕਿ ਇਹ ਕੀ ਹੋ ਗਿਆ। ਕੁਝ ਬਹੁਤੇ ਹੀ ਤੱਤੇ ਪੁਲਸੀਏ ਤਾਂ ਸਮੁੱਚੇ ਅਧਿਆਪਕ ਵਰਗ ਨੂੰ ਵੀ ਗਾਲਾਂ ਕੱਢ ਗਏ ਸਨ। ਜਵਾਕਾਂ ਵਿੱਚ ਰਹਿ ਰਹਿ ਕੇ ਮਾਸਟਰਾਂ ਦੀ ਮੱਤ ਵੀ ਨਿਆਣਿਆਂ ਵਰਗੀ ਹੋ ਜਾਂਦੀ ਆ। ਐਵੇਂ ਮਾੜੀ ਮਾੜੀ ਗੱਲ ਦੀ ਸ਼ਿਕਾਇਤ ਲਾਈ ਜਾਂਦੇ ਰਹਿੰਦੇ ਆ। ਤੁਸੀਂ ਮਾਸਟਰ ਨੂੰ ਇੰਨਾ ਕਮਜ਼ੋਰ ਵੀ ਨਾ ਸਮਝੋ। ਉਹਦੇ 'ਚ ਕੋਈ ਦਮਖਮ ਹੈ ਤਾਂ ਹੀ ਅਗਲੇ ਨੇ ਇਸ ਦੀ ਪੇਸ਼ੀ ਸਾਹਬ ਅੱਗੇ ਪਵਾ ਕੇ ਇਸ ਦੀ ਬੇਇੱਜ਼ਤੀ ਕਰਵਾਈ ਆ। ਉਹ ਵੀ ਪੜ੍ਹਿਆ ਲਿਖਿਆ, ਉਹਨੂੰ ਕਿਹੜਾ ਪਤਾ ਨਹੀਂ ਬਈ ਮੈਂ ਸੱਪ ਦੀ ਖੁੱਡ ਵਿੱਚ ਹੱਥ ਪਾਉਣ ਲੱਗਾ। ਅਗਲੇ ਨੇ ਆਪਣੇ ਆਪ ਨੂੰ ਜੋ ਕਹੀ ਇਹ ਕਦਮ ਚੁੱਕਿਆ ਹੋਣਾ। ਕੱਟਾ ਵੀ ਕਿੱਲੇ ਦੇ ਜ਼ੋਰ 'ਤੇ ਹੀ ਤੀਂਗੜਦਾ ਹੁੰਦਾ। ਉਸ ਦੀ ਮਿਜਾਜ ਪੁਰਸੀ ਕਰਨ ਆਏ ਇੱਕ ਸਿਆਣੇ ਪੁਲਸੀਏ ਨੇ ਕਿਹਾ ਸੀ। ਕਿਸ਼ਤ 167ਵੀਂ। ਜਪਨਾਮ ਨਾ ਚਾਹੁੰਦਾ ਹੋਇਆ ਵੀ ਉਹਨਾਂ ਸਭ ਦੀਆਂ ਗੱਲਾਂ ਸੁਣੀ ਜਾ ਰਿਹਾ ਸੀ। ਉਹ ਕਦੇ ਗੁੱਸੇ ਵਿੱਚ ਤੇ ਕਦੇ ਬਿਲਕੁਲ ਸ਼ਾਂਤ ਜਿਹਾ ਹੋ ਕੇ ਬੈਠ ਜਾਂਦਾ ਸੀ। ਅੰਤ ਉਸ ਦੀ ਨਿਗਾਹ ਐਸਪੀ ਦੇ ਦਫ਼ਤਰ ਵਾਲੇ ਦਰਵਾਜ਼ੇ ਵੱਲ ਹੀ ਟਿਕ ਜਾਂਦੀ ਸੀ। ਉਸ ਨੂੰ ਆਪਣੇ ਉਸ ਗਾਡ ਫਾਦਰ ਤੋਂ ਮਦਦ ਦੀ ਉਮੀਦ ਹੀ ਬਾਕੀ ਰਹਿ ਗਈ ਸੀ। ਜਦ ਵੀ ਐਸਐਸਪੀ ਦਫ਼ਤਰ ਵਿਚਲੇ ਘਟਨਾਕ੍ਰਮ ਦਾ ਮੈਨੂੰ ਬੇਸ਼ੱਕ ਸਿੱਧਾ ਪ੍ਰਸਾਰਣ ਤਾਂ ਨਹੀਂ, ਕੁਝ ਦੇਰ ਬਾਅਦ ਹੀ ਪਤਾ ਲੱਗਦਾ ਤਾਂ ਮੈਂ ਉਤਸ਼ਾਹ ਅਤੇ ਖੁਸ਼ੀ 'ਚ ਆਇਆ ਹੁਬਕਲੀ ਮਾਰ ਉੱਠਦਾ ਸਾਂ। ਕੋਈ ਨਾ ਕੋਈ ਨਵੀਂ ਗੱਲ ਸੁਣ ਕੇ ਮੈਂ ਇਸ ਸਭ ਦੀ ਜਾਣਕਾਰੀ ਆਪਣੇ ਘਰਦਿਆਂ ਨੂੰ ਦੇ ਦਿੰਦਾ ਤਾਂ ਉਹਨਾਂ ਵਿੱਚ ਜਿਵੇਂ ਜਾਨ ਆਉਣੀ ਸ਼ੁਰੂ ਹੋ ਜਾਂਦੀ ਸੀ।
ਆਪਣੇ ਆਪ ਨੂੰ ਇੱਕ ਧੱਕੜ ਪੁਲਸੀਆ ਅਖਵਾਉਣ ਵਾਲੇ ਦਾ ਇਹ ਹਾਲ ਸੁਣ ਕੇ ਸਭ ਨੂੰ ਕੁਝ ਰਾਹਤ ਮਹਿਸੂਸ ਹੋਣ ਲੱਗ ਪਈ ਸੀ। ਸਭ ਨੂੰ ਲੱਗਣ ਲੱਗ ਪਿਆ ਸੀ ਕਿ ਉਹਨਾਂ ਦਾ ਸ਼ੇਰ ਤੋਂ ਵੀ ਵੱਧ ਖੂਨ ਵੱਧ ਗਿਆ ਹੈ। ਸਾਹਿਬ ਵੱਲੋਂ ਜਪਨਾਮ ਦੀ ਕੀਤੀ ਬੇਇੱਜ਼ਤੀ ਦਾ ਆਂਢ ਗੁਆਂਢ ਵਿੱਚ ਵੀ ਪਤਾ ਲੱਗ ਗਿਆ ਸੀ। ਸ਼ਾਮ ਨੂੰ ਮੈਂ ਤੇ ਯਾਦਵਿੰਦਰ ਨੇ ਛਟਕ ਲਾ ਕੇ ਠੰਡ ਨੂੰ ਭਜਾਉਣ ਅਤੇ ਅੱਜ ਮਿਲੀ ਖੁਸ਼ੀ ਮਨਾਉਣ ਦੀ ਸਲਾਹ ਬਣਾ ਲਈ। 2-3 ਮੋਟੇ ਜਿਹੇ ਹਾੜੇ ਮੇਰੇ ਉੱਤੇ ਜਲਦੀ ਹੀ ਆਪਣਾ ਅਸਰ ਵਿਖਾਉਣ ਲੱਗ ਪਏ। ਅਜੇ ਕੁਝ ਦਿਨ ਪਹਿਲਾਂ ਹੀ ਗੁਰਮੀਤ ਕੜਿਆਲਵੀ ਦੀ ਕਿਤਾਬ ਆਤੂ ਖੋਜੀ ਵਿੱਚੋਂ ਪੜ੍ਹੀ ਹੋਈ ਕਹਾਣੀ ਤਾਰਾ ਚਿਬਕੱਢ ਦਾ ਪਾਤਰ ਤਾਰਾ ਮੈਨੂੰ ਵਾਰ-ਵਾਰ ਯਾਦ ਆਉਣ ਲੱਗ ਪਿਆ ਸੀ। ਉਸ ਪਾਤਰ ਨੂੰ ਇੱਕ ਥਾਣੇਦਾਰ ਨੇ ਬੜਾ ਹੀ ਤੰਗ ਪਰੇਸ਼ਾਨ ਕਰ ਰੱਖਿਆ ਸੀ ਤੇ ਉਸ 'ਤੇ ਝੂਠਾ ਮੁਕੱਦਮਾ ਵੀ ਦਰਜ ਕਰਵਾ ਦਿੱਤਾ ਸੀ। ਪਰ ਉਸ ਨੇ ਪੂਰੀ ਸਿਦਕ ਦਿਲੀ ਨਾਲ ਬੜੀਆਂ ਹੀ ਕਠਿਨਾਈਆਂ ਵਿੱਚੋਂ ਲੰਘਦੇ ਹੋਏ ਅਦਾਲਤ ਵਿੱਚ ਆਪਣੇ ਆਪ ਨੂੰ ਬੇਕਸੂਰ ਤੇ ਥਾਣੇਦਾਰ ਨੂੰ ਕਸੂਰਵਾਰ ਸਾਬਤ ਕਰ ਦਿੱਤਾ ਸੀ। ਜੱਜ ਨੇ ਥਾਣੇਦਾਰ ਨੂੰ 2 ਸਾਲ ਦੀ ਸਜ਼ਾ ਕਰ ਦਿੱਤੀ ਸੀ। ਫਿਰ ਉਸੇ ਸ਼ਾਮ ਨੂੰ ਉਹ ਥਾਣੇ ਦੇ ਦਰਵਾਜ਼ੇ ਅੱਗੇ ਆ ਕੇ ਲਲਕਾਰੇ ਮਾਰਦਾ ਹੈ, ਪਰ ਕਿਸੇ ਵੀ ਪੁਲਿਸ ਵਾਲੇ ਦੀ ਇੰਨੀ ਹਿੰਮਤ ਨਹੀਂ ਪੈਂਦੀ ਕਿ ਉਹ ਉਸ ਨੂੰ ਹਟਾ ਜਾਂ ਰੋਕ ਸਕੇ। ਜਦ ਮੈਨੂੰ ਵਾਹਵਾ ਸਰੂਰ ਆ ਗਿਆ ਤਾਂ ਮੈਂ ਇੱਕ ਹੀ ਜਿੱਦ 'ਤੇ ਅੜ ਗਿਆ ਸਾਂ ਕਿ ਮੈਂ ਵੀ ਅੱਜ SP ਦੇ ਘਰ ਦੇ ਮੂਹਰੇ ਜਾ ਕੇ ਲਲਕਾਰੇ ਮਾਰ ਕੇ ਆਉਣੇ ਹਨ। ਮੇਰੇ ਸ਼ਰਾਬੀ ਹੋਏ ਦੀ ਇਸ ਜਿੱਦ ਨੂੰ ਯਾਦਵਿੰਦਰ ਨੇ ਮਸਾਂ ਹੀ ਕਾਬੂ ਕੀਤਾ ਤੇ ਬੜੀ ਮੁਸ਼ਕਲ ਨਾਲ ਮੈਨੂੰ ਸਮਝਾਇਆ ਕਿ ਇਸ ਤਰ੍ਹਾਂ ਦੀ ਹੋਸ਼ੀ ਹਰਕਤ ਕਰਨ ਨਾਲ ਆਪਣੇ ਹੱਥ ਵਿੱਚ ਆਇਆ ਹੋਇਆ ਕੇਸ ਆਪਣੇ 'ਤੇ ਹੀ ਉਲਟ ਪੈ ਸਕਦਾ ਹੈ। ਕਿਸ਼ਤ 168ਵੀਂ। ਸ਼ਰਾਬੀ ਬੰਦੇ ਦੀ ਜਿੱਦ ਵੀ ਬੱਚੇ ਦੀ ਜਿੱਦ ਵਰਗੀ ਹੁੰਦੀ ਹੈ। ਜੇਕਰ ਉਸ ਦਾ ਧਿਆਨ ਕਿਸੇ ਹੋਰ ਪਾਸੇ ਨਾ ਲਾਇਆ ਜਾਵੇ ਤਾਂ ਦੋਵਾਂ ਦੀ ਸੂਈ ਇੱਕ ਜਗ੍ਹਾ ਹੀ ਅਟਕੀ ਰਹਿੰਦੀ ਹੈ। ਯਾਦਵਿੰਦਰ ਨੇ ਪਤਾ ਨਹੀਂ ਕਿਵੇਂ ਮੇਰਾ ਸਾਰਾ ਧਿਆਨ SP ਦੇ ਘਰ ਵੱਲੋਂ ਮੋੜ ਕੇ ਉਸ ਕਹਾਣੀ ਦੇ ਕਹਾਣੀਕਾਰ ਵੱਲ ਕਰ ਦਿੱਤਾ ਸੀ। ਹੁਣ ਮੇਰੀ ਸੂਈ ਜਲਦ ਤੋਂ ਜਲਦ ਗੁਰਮੀਤ ਕੜਿਆਲਵੀ ਨਾਲ ਗੱਲ ਕਰਨ 'ਤੇ ਅੜ ਗਈ। ਮੈਂ ਉਸ ਦੀ ਕਈ ਸਾਲ ਪਹਿਲਾਂ ਲਿਖੀ ਇਸ ਕਹਾਣੀ ਨੂੰ ਅਚੇਤ ਰੂਪ ਵਿੱਚ ਮੇਰੇ ਜੀਵਨ ਬਾਰੇ ਕੀਤੀ ਗਈ ਭਵਿੱਖਬਾਣੀ ਹੀ ਸਮਝ ਰਿਹਾ ਸਾਂ। ਪਤਾ ਨਹੀਂ ਯਾਦਵਿੰਦਰ ਨੇ ਗੁਰਮੀਤ ਕੜਿਆਲਵੀ ਦਾ ਨੰਬਰ ਕਿਵੇਂ ਤੇ ਕਿਸ ਤੋਂ ਲਿਆ ਅਤੇ ਮੇਰੀ ਉਸ ਨਾਲ ਗੱਲ ਕਰਵਾ ਦਿੱਤੀ ਸੀ। ਮੈਨੂੰ ਕੁਝ ਵੀ ਯਾਦ ਨਹੀਂ ਕਿ ਮੈਂ ਗੁਰਮੀਤ ਨਾਲ ਕੀ ਗੱਲ ਕੀਤੀ ਸੀ, ਪਰ ਉਸ ਨਾਲ ਗੱਲ ਕਰਕੇ ਮੇਰੀ ਖੁਸ਼ੀ ਦੁੱਗਣੀ ਤਿੱਗਣੀ ਹੋ ਗਈ ਸੀ। ਇਹ ਤਾਂ ਅਗਲੇ ਦਿਨ ਯਾਦਵਿੰਦਰ ਨੇ ਮੈਨੂੰ ਸਭ ਕੁਝ ਦੱਸਿਆ। ਮੈਂ ਮਸਾਂ ਕੜਿਆਲਵੀ ਦਾ ਨੰਬਰ ਲਿਆ ਸੀ ਤੇ ਤੂੰ ਉਸ ਦਾ ਧੰਨਵਾਦ ਕਰਦਾ ਹੋਇਆ ਉਸ ਨੂੰ ਮਿਲ ਕੇ ਮੱਥਾ ਟੇਕਣ ਦੇ ਖਹਿੜੇ ਪੈ ਗਿਆ ਸੀ। ਬਸ ਚੰਗੀ ਗੱਲ ਇਹ ਸੀ ਕਿ ਉਹ ਪੜ੍ਹਿਆ ਲਿਖਿਆ ਤੇ ਸਿਆਣਾ ਬੰਦਾ ਸੀ, ਜਿਹਨੇ ਬਾਅਦ ਵਿੱਚ ਮੇਰੀ ਬੇਇੱਜ਼ਤੀ ਨਹੀਂ ਕੀਤੀ। ਕੋਈ ਹੋਰ ਹੁੰਦਾ ਤਾਂ ਉਹਨੇ ਝੱਟ ਦੇਣੇ ਆਖ ਦੇਣਾ ਸੀ ਕਿ ਤੂੰ ਕਿਹੜੇ ਮੂਰਖ ਸ਼ਰਾਬੀ ਨਾਲ ਮੇਰੀ ਗੱਲ ਕਰਵਾਉਣ ਲੱਗ ਪਿਆ ਹੈ। ਉਹ ਕੋਈ ਨਹੀਂ ਯਾਰ, ਉਹ ਵੀ ਲੇਖਕ ਬੰਦਾ, ਉਸ ਨੇ ਤਾਂ ਮੇਰੀ ਇਸ ਗੱਲ ਵਿੱਚੋਂ ਵੀ ਕੋਈ ਨਵੀਂ ਕਹਾਣੀ ਲੱਭ ਲੈਣੀ ਆ। ਕੁਛ ਨਹੀਂ ਹੁੰਦਾ। ਮੈਂ ਉਤਲੇ ਮਨੋਂ ਤਾਂ ਉਸ ਨੂੰ ਧਰਵਾਸਾ ਦੇਈ ਜਾ ਰਿਹਾ ਸਾਂ, ਪਰ ਅੰਦਰੋਂ ਮੈਨੂੰ ਸ਼ਰਮ ਵੀ ਮਹਿਸੂਸ ਹੋ ਰਹੀ ਸੀ ਕਿ ਮੈਂ ਇੱਕ ਨਾਮੀ ਕਹਾਣੀਕਾਰ ਨੂੰ ਆਪਣਾ ਕਿਹੋ ਜਿਹਾ ਰੂਪ ਵਿਖਾ ਚੁੱਕਾ ਸਾਂ। ਸਾਡੀ ਗੱਲਬਾਤ ਨੂੰ ਅੱਧ-ਪਚੱਧ ਸੁਣਦਿਆਂ ਅਮਤਾ ਨੇ ਇਸ ਬਾਰੇ ਜਾਣਕਾਰੀ ਲੈਣ ਹਿੱਤ ਆਪਣੇ ਕੰਨ ਚੁੱਕ ਲਏ। ਪਤਾ ਨਹੀਂ ਇਹ ਖੂਨ ਦੇ ਰਿਸ਼ਤੇ ਵੀ ਕੀ ਹੁੰਦੇ ਹਨ ਕਿ ਆਪਣਾ ਭਾਂਡਾ ਕੱਚਾ ਹੋਣ 'ਤੇ ਵੀ ਲੋਕ ਉਸ ਨੂੰ ਸਲਾਹੁੰਦੇ ਹੀ ਰਹਿੰਦੇ ਨੇ। ਮੈਨੂੰ ਉਸ ਵੇਲੇ ਤਾਨੇ ਤੇ ਨਿਹੋਰੇ ਮਾਰਨ ਵਾਲਾ ਮੇਰਾ ਭਰਾ ਉਸੇ ਵਕਤ ਮੇਰੀ ਰਮਜ ਸਮਝ ਗਿਆ ਸੀ ਕਿ ਜੇ ਬੀਤੀ ਰਾਤ ਹੋਏ ਸਾਰੇ ਘਟਨਾਕ੍ਰਮ ਬਾਰੇ ਮੇਰੀ ਪਤਨੀ ਨੂੰ ਪਤਾ ਲੱਗ ਗਿਆ ਤਾਂ ਮੇਰੀ ਪਰਿਵਾਰਕ ਜ਼ਿੰਦਗੀ ਵਿੱਚ ਕੋਈ ਨਾ ਕੋਈ ਖਲਲ ਜ਼ਰੂਰ ਪੈ ਸਕਦਾ ਹੈ। ਉਸ ਨੇ ਤੁਰੰਤ ਗੱਲ ਬਦਲ ਦਿੱਤੀ ਸੀ ਤੇ ਆਖਣ ਲੱਗਾ, ਉਂਝ ਯਾਰ ਗੱਲ ਤੇਰੀ ਵੀ ਸੱਚੀ ਸੀ। ਵਾਕਿਆ ਹੀ
ਕੜਿਆਲਵੀ ਨੇ ਤੇਰੇ ਬਾਰੇ ਕਈ ਸਾਲ ਪਹਿਲਾਂ ਹੀ ਭਵਿੱਖਬਾਣੀ ਲਿਖ ਦਿੱਤੀ ਸੀ। ਬਸ ਸਮਾਂ ਤੇ ਸਥਾਨ ਹੀ ਬਦਲੇ ਨੇ, ਬਾਕੀ ਸਭ ਕੁਝ ਤਾਂ ਉਵੇਂ ਹੀ ਹੋਇਆ। ਮੈਂ ਤਾਂ ਸਲਾਮ ਆਖਦਾ ਇਹੋ ਜਿਹੇ ਲੇਖਕਾਂ ਨੂੰ ਜੋ ਵਕਤ ਤੋਂ ਪਹਿਲਾਂ ਵਾਪਰਨ ਵਾਲੀਆਂ ਘਟਨਾਵਾਂ ਦਾ ਅੰਦਾਜ਼ਾ ਲਾ ਕੇ ਲੋਕਾਂ ਅੱਗੇ ਪੇਸ਼ ਕਰ ਦਿੰਦੇ ਨੇ। ਕਿਸ਼ਤ 169ਵੀਂ। ਯਾਦਵਿੰਦਰ ਦੀ ਗੱਲ ਸੁਣ ਕੇ ਬੀਤੀ ਰਾਤ ਨੂੰ ਮੇਰੀ ਪੀਤੀ ਗਈ ਵੱਧ ਦਾਰੂ ਅਤੇ ਮੇਰੀਆਂ ਮਾਰੀਆਂ ਗਈਆਂ ਬੇਥਵੀਆਂ ਨੂੰ ਸਭ ਵਿਸ਼ੇਸ਼ ਤੌਰ 'ਤੇ ਅਮਤਾ ਨੇ ਆਈ ਗਈ ਕਰ ਦਿੱਤਾ ਸੀ। ਮੈਂ ਵੀ ਮਨ ਹੀ ਮਨ ਆਪਣੇ ਦੁਆਰਾ ਕੀਤੀ ਗਈ ਇਸ ਅਣਭੋਲ ਗਲਤੀ ਦਾ ਪਛਤਾਵਾ ਕਰ ਰਿਹਾ ਸਾਂ ਤੇ ਹਾਲਾਤ ਨੂੰ ਹੋਰ ਆਪਣੇ ਹੱਕ ਵਿੱਚ ਬਣਾਉਣ ਲਈ ਹੱਥ ਪੈਰ ਮਾਰਨ ਲੱਗ ਪਿਆ ਸਾਂ। ਭਰਾਵਾ, ਲਿਖਦਾ ਤਾਂ ਮੈਂ ਵੀ ਹਾਂ, ਪਰ ਮੇਰੇ ਕੋਲੋਂ ਲੋਕਾਂ ਦੀਆਂ ਭਾਵਨਾਵਾਂ ਨਹੀਂ ਸਮਝੀਆਂ ਜਾਂਦੀਆਂ ਤੇ ਨਾ ਹੀ ਕਿਸੇ ਘਟਨਾ ਨੂੰ ਵੇਖ ਕੇ ਉਸ ਦੇ ਭਵਿੱਖ ਦਾ ਅੰਦਾਜ਼ਾ ਲੱਗਦਾ। ਪਰ ਕੜਿਆਲਵੀ ਤਾਂ ਵੱਡਾ ਲੇਖਕ ਹੈ, ਜਿਸ ਨੇ ਪੁਲਿਸ ਦੀ ਧੱਕੇਸ਼ਾਹੀ ਤੇ ਬਾਅਦ ਵਿੱਚ ਉਸ ਧੱਕੇਸ਼ਾਹੀ ਦੇ ਨਤੀਜੇ ਦਾ ਅੰਦਾਜ਼ਾ ਕਈ ਸਾਲ ਪਹਿਲਾਂ ਹੀ ਲਾ ਲਿਆ ਸੀ। ਇਸ ਕਰਕੇ ਹੀ ਤਾਂ ਉਸ ਦਾ ਨਾਂ ਪੰਜਾਬ ਦੇ ਨਾਮੀ ਕਹਾਣੀਕਾਰਾਂ ਵਿੱਚ ਆਉਂਦਾ ਤੇ ਕਈ ਹੋਰ ਮੇਰੇ ਵਰਗੇ ਆਪਣੀ ਪਹਿਚਾਣ ਦੱਸਣ ਦੇ ਬਾਵਜੂਦ ਪਹਿਚਾਣੇ ਨਹੀਂ ਜਾਂਦੇ। ਮੇਰੇ ਦੁਆਰਾ ਕੀਤੀ ਸਾਰੀ ਗੱਲ ਨੂੰ ਅਣਸੁਣੀ ਕਰਦਾ ਹੋਇਆ ਯਾਦਵਿੰਦਰ ਮੈਨੂੰ ਬਾਹਰ ਲਿਜਾ ਕੇ ਮੇਰੇ 'ਤੇ ਟੁੱਟ ਹੀ ਪਿਆ ਸੀ। ਤੈਨੂੰ ਪਤਾ ਮੈਂ ਰਾਤ ਨੂੰ ਤੈਨੂੰ ਕਿਵੇਂ ਟਿਕਾ ਕੇ ਗਿਆ ਸੀ? ਹੁਣ ਚੱਲ, ਤੂੰ ਕਿਹੜੇ SP ਦੇ ਘਰ ਅੱਗੇ ਜਾ ਕੇ ਲਲਕਾਰੇ ਮਾਰਨੇ ਆ? ਸੋਫੀ ਹੁੰਦਾ ਹੋਇਆ ਮਾਰ। ਤੂੰ ਜਿਹੜੀ ਗੱਲ ਗੁਰਮੀਤ ਕੜਿਆਲਵੀ ਨਾਲ ਕਰਨੀ ਸੀ ਉਹ ਹੁਣ ਕਰ। ਆਹ ਚੁੱਕ ਨੰਬਰ, ਮੈਂ ਮਸਾਂ 50 ਬੰਦਿਆਂ ਨੂੰ ਫੋਨ ਕਰਕੇ ਲਿਆ ਸੀ। ਉਹ ਮੇਰੇ ਅੱਗੇ ਆਪਣਾ ਮੋਬਾਈਲ ਕਰਕੇ ਬੋਲਦਾ ਹੀ ਗਿਆ ਤੇ ਮੈਂ ਇੱਕ ਅਪਰਾਧੀ ਜਿਹਾ ਬਣ ਕੇ ਸੁਣੀ ਜਾ ਰਿਹਾ ਸਾਂ। ਮੈਨੂੰ ਖਾਧੀ ਪੀਤੀ ਵਿੱਚ ਕੀਤੀ ਆਪਣੀ ਗਲਤੀ ਦਾ ਅਹਿਸਾਸ ਤਾਂ ਹੋ ਚੁੱਕਾ ਸੀ, ਪਰ ਯਾਦਵਿੰਦਰ ਨੂੰ ਅਜੇ ਵੀ ਲੱਗ ਰਿਹਾ ਸੀ ਕਿ ਮੈਂ ਝੂਠ ਮੂਠ ਹੀ ਆਪਣੀ ਗਲਤੀ ਮੰਨ ਰਿਹਾ ਹਾਂ ਤੇ ਫਿਰ ਕਿਸੇ ਦਿਨ ਦਾਰੂ ਪੀ ਕੇ ਉਸ ਨੂੰ ਇੰਝ ਹੀ ਖਰਾਬ ਕਰਾਂਗਾ। ਇਸ ਲਈ ਉਹ ਮੈਨੂੰ ਵਾਰ-ਵਾਰ ਸਿੱਖ ਮੱਤ ਦੇਈ ਜਾ ਰਿਹਾ ਸੀ। ਯਾਰ, ਤੂੰ ਪੀਤੀ ਖਾਧੀ ਵਿੱਚ ਇੰਨਾ ਖਰਾਬ ਹੋ ਜਾਵੇਂਗਾ? ਮੈਨੂੰ ਤਾਂ ਉਮੀਦ ਵੀ ਨਹੀਂ ਸੀ। ਤੂੰ ਇੰਨਾ ਹੋਸ਼ਾ ਚੱਲਣ ਲੱਗ ਜਾਵੇਂਗਾ ਕਿ ਸਿੱਧਾ SP ਨਾਲ ਹੀ ਪੰਗਾ ਲੈਣ ਨੂੰ ਫਿਰਦਾ ਸੀ। ਇਹ ਤੇਰੀ ਗੱਲ ਮੇਰੀ ਸਮਝੋਂ ਬਾਹਰ ਆ। ਉਹ SP ਆ, SP, ਜਿਹਨੂੰ SSP ਤੋਂ ਬਿਨਾਂ ਬਾਕੀ ਸਾਰਾ ਜ਼ਿਲ੍ਹਾ ਸਲੂਟ ਮਾਰਦਾ ਤੇ ਤੂੰ ਉਹਦੇ ਨਾਲ ਸਿੱਧਾ ਪੰਗਾ ਲੈਣ ਨੂੰ ਫਿਰਦਾ ਸੀ। ਯਾਰ, ਜਾਂ ਤਾਂ ਪੀਣੀ ਛੱਡ ਦੇ ਜਾਂ ਆਪਣੇ ਭਰਾ ਨੂੰ ਛੱਡ ਦੇ। ਉਸ ਨੇ ਮੈਨੂੰ ਆਪਣੀ ਆਖਰੀ ਧਮਕੀ ਵੀ ਦੇ ਦਿੱਤੀ ਸੀ। ਮੈਂ ਹੌਲੀ ਜਿਹੇ ਆਖਿਆ, ਨਹੀਂ ਯਾਰ, ਮੈਨੂੰ ਤਾਂ ਖੁਸ਼ੀ ਇੰਨੀ ਹੋਈ ਜਾਂਦੀ ਸੀ ਕਿ ਆਪਣੇ ਆਪ ਨੂੰ ਘੈਂਟ ਕਹਾਉਂਦੇ ਪੁਲਸੀਏ ਨੂੰ ਮੈਂ ਫਸਾ ਲਿਆ। ਹੁਣ ਆਖਣ ਇਹ DSP ਤੇ SP ਕਿ ਮੇਰੇ ਕੋਲ ਸਬੂਤ ਨਹੀਂ ਹਨ। ਮੈਂ ਤਾਂ ਦੱਸਣਾ ਹੀ ਚਾਹੁੰਦਾ ਸੀ ਕਿ ਜੇ ਇੱਕ ਆਮ ਬੰਦਾ ਆਪਣੀ ਆਈ 'ਤੇ ਆ ਜਾਵੇ ਤਾਂ ਉਹ ਕੁਝ ਵੀ ਕਰ ਸਕਦਾ ਹੈ। ਮੈਨੂੰ ਪਤਾ ਤਾਂ ਸੀ ਕਿ ਮੈਂ ਗਲਤ ਸਾਂ, ਪਰ ਮੈਂ ਆਪਣੀ ਹਊ ਨੂੰ ਪੱਠੇ ਪਾਉਣ ਲਈ ਹੀ ਇਹ ਸਭ ਕੁਝ ਆਖ ਗਿਆ ਸਾਂ। ਕਿਸ਼ਤ 170ਵੀਂ। ਯਾਦਵਿੰਦਰ ਮੈਨੂੰ ਗੁੱਸੇ ਦੇ ਰੌਂ ਵਿੱਚ ਸਮਝਾਉਣ ਲੱਗ ਪਿਆ ਸੀ, ਜੇ ਤੂੰ ਚਾਹੁੰਦਾ ਕਿ ਅੰਤ ਵਿੱਚ ਜਿੱਤ ਤੇਰੀ ਹੀ ਹੋਵੇ ਤਾਂ ਤੈਨੂੰ ਆਪਣੀਆਂ ਹੋਸ਼ੀਆਂ ਹਰਕਤਾਂ 'ਤੇ ਕਾਬੂ ਪਾਉਣਾ ਹੀ ਪਵੇਗਾ। ਨਹੀਂ ਤਾਂ ਭਰਾਵਾ, ਮੇਰੇ ਤਾਂ ਹੱਥ ਖੜ੍ਹੇ ਆ। ਤੈਨੂੰ ਜੇਲ੍ਹ 'ਚ ਤਾਂ ਨਹੀਂ, ਤਰੀਕ 'ਤੇ ਕਚਹਿਰੀ ਵਿੱਚ ਜ਼ਰੂਰ ਮਿਲਣ ਆ ਜਾਇਆ ਕਰਾਂਗਾ, ਉਹ ਵੀ ਭਰਾ ਹੋਣ ਦੇ ਨਾਤੇ। ਮੈਨੂੰ ਵੀ ਲੱਗਣ ਲੱਗ ਪਿਆ ਸੀ ਕਿ ਮੈਂ ਪੀਤੀ ਖਾਧੀ ਵਿੱਚ ਬੜੀ ਵੱਡੀ ਭੁੱਲ ਕਰ ਜਾਣੀ ਸੀ। ਇਸ ਲਈ ਮੈਂ ਉਸ ਅੱਗੇ ਅਜਿਹੀ ਕੋਈ ਵੀ ਹਰਕਤ ਨਾ ਕਰਨ ਦੀ ਸਹੁੰ ਪਾ ਲਈ ਸੀ। ਅਸਲ ਵਿੱਚ ਮੇਰੇ ਖਾਨੇ ਵਿੱਚ ਵੀ ਇਹ ਗੱਲ ਵੜ ਗਈ ਸੀ ਕਿ ਮੈਂ ਅਣਜਾਣਪੁਣੇ ਵਿੱਚ ਹੀ ਅਜਿਹੀ ਗਲਤੀ ਕਰ ਬੈਠਣੀ ਸੀ ਜਿਸ ਦਾ ਖਮਿਆਜ਼ਾ ਮੈਨੂੰ ਕੇਸ ਹਾਰ ਕੇ, ਨੌਕਰੀ ਗਵਾ ਕੇ ਅਤੇ ਜੇਲ੍ਹ ਵਿੱਚ ਸਜ਼ਾ ਭੁਗਤਣਾ ਪੈਣਾ ਸੀ। ਮੈਂ ਆਪਣੀ ਕੀਤੀ ਹੋਈ ਭੁੱਲ ਦੀ ਮਾਫ਼ੀ ਮੰਗੀ। ਭਰਾਵਾ, ਅੱਗੇ ਤੋਂ ਜੇ ਇਹੋ ਜਿਹੀ ਗਲਤੀ ਹੋ ਗਈ ਤਾਂ ਤੂੰ ਭਾਵੇਂ ਮੇਰੇ 1000 ਛਿੱਤਰ ਮਾਰ ਲਵੀਂ। ਇਹ ਕਹਿ ਕੇ ਮੈਂ ਉਸ ਤੋਂ ਆਪਣਾ
ਖਹਿੜਾ ਮਸਾਂ ਹੀ ਛੁਡਵਾਇਆ ਸੀ। ਅਸਲ ਵਿੱਚ ਇਹ ਖਹਿੜਾ ਛੁਡਵਾਉਣ ਵਾਲੀ ਗੱਲ ਨਹੀਂ ਸੀ, ਸਗੋਂ ਬੜੀ ਹੀ ਵੱਡੀ ਸਿੱਖਿਆ ਦੇਣ ਵਾਲੀ ਗੱਲ ਸੀ। ਮੈਂ ਕੁਦਰਤ ਦਾ ਸ਼ੁਕਰਗੁਜ਼ਾਰ ਹੋ ਰਿਹਾ ਸਾਂ ਕਿ ਮੈਂ ਉਸ ਖੁਸ਼ੀ ਦੇ ਦਿਨ ਆਪਣੇ ਸਕੇ ਭਰਾ ਨਾਲ ਬੈਠ ਕੇ ਹੀ ਦਾਰੂ ਪੀਤੀ ਸੀ। ਜੇ ਕਿਤੇ ਕਿਸੇ ਹੋਰ ਚੱਕਵੇਂ ਬੰਦੇ ਨਾਲ ਇਹ ਖੁਸ਼ੀ ਸਾਂਝੀ ਕਰ ਲੈਂਦਾ ਤਾਂ ਇੱਕ ਬਹੁਤ ਵੱਡੀ ਘਟਨਾ ਵਾਪਰ ਜਾਣੀ ਸੀ। ਮੈਂ ਤੇ ਉਸ ਚੱਕਵੇਂ ਬੰਦੇ ਨੇ ਜੇਲ੍ਹ ਵਿੱਚ ਬੰਦ ਹੋਣਾ ਸੀ। ਕੁਝ ਵੀ ਸੀ, ਮੈਂ ਅਣਜਾਣੇ 'ਚ ਹੀ ਇੱਕ ਵੱਡਾ ਸਬਕ ਸਿੱਖ ਚੁੱਕਾ ਸਾਂ ਕਿ ਮੈਂ ਵੀ ਖਾ ਪੀ ਕੇ ਵੱਧ ਸ਼ਰਾਬੀ ਹੋ ਸਕਦਾ ਹਾਂ ਤੇ ਅੱਗੇ ਤੋਂ ਮੈਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਪਵੇਗਾ। ਮਨ ਵਿੱਚ ਇਹ ਵੀ ਆਇਆ ਕਿ ਮੈਂ ਤਾਂ ਅਜੇ ਆਪਣਾ ਇੱਕ ਪੱਤਾ ਹੀ ਸੁੱਟਿਆ ਹੈ ਤੇ ਦੂਜੀ ਧਿਰ ਨੇ ਪਤਾ ਨਹੀਂ ਕਿਹੜਾ ਨਵਾਂ ਪੱਤਾ ਸੁੱਟ ਕੇ ਸਾਰੀ ਖੇਡ ਆਪਣੇ ਹੱਕ ਵਿੱਚ ਕਰ ਲੈਣੀ ਹੈ। ਬੱਸ ਵਾਲੀ ਸ਼ਿਕਾਇਤ ਕਰਨ ਤੋਂ ਬਾਅਦ ਮੈਂ ਅੰਦਰੋਂ ਕੁਝ ਡਰਿਆ ਤੇ ਘਬਰਾਇਆ ਹੋਇਆ ਵੀ ਸਾਂ ਕਿ ਜੇਕਰ ਗੁੱਸੇ ਵਿੱਚ ਆ ਕੇ ਕਿਸੇ ਵੱਡੇ ਅਧਿਕਾਰੀ ਨੇ ਖਾਰ ਖਾਂਦੇ ਹੋਏ ਮੇਰੇ ਜਾਂ ਮੇਰੇ ਪਰਿਵਾਰ ਦੇ ਕਿਸੇ ਜੀਅ 'ਤੇ ਕੋਈ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ ਤਾਂ ਕੋਈ ਵੀ ਨਵੀਂ ਮੁਸੀਬਤ ਖੜੀ ਹੋ ਸਕਦੀ ਹੈ। ਫਿਰ ਮਨ ਨੂੰ ਧਰਵਾਸਾ ਮਿਲਦਾ ਕਿ ਜੇ ਮੈਂ ਸੱਚਮੁੱਚ ਹੀ ਮਰਨ ਕੰਢੇ ਪੁੱਜ ਗਿਆ ਤਾਂ ਆਪਣੇ ਹਮਦਰਦ ਪੁਲਿਸ ਵਾਲੇ ਤੋਂ ਪੁੱਛ ਕੇ ਆਪਣਾ ਦੂਜਾ ਵੱਡਾ ਪਰਮਾਣੂ ਬੰਬ ਵੀ ਚਲਾ ਦੇਵਾਂਗਾ। ਮੈਂ ਮਨ ਹੀ ਮਨ ਵਿੱਚ ਇੱਕ ਪੱਕਾ ਫੈਸਲਾ ਵੀ ਕਰ ਲਿਆ ਸੀ ਕਿ ਜੇਕਰ ਪੁਲਿਸ ਵਾਲਿਆਂ ਨੇ ਹੁਣ ਕੋਈ ਵੀ ਹੋਰ ਨਵੀਂ ਵਧੀਕੀ ਕੀਤੀ ਤਾਂ ਮੈਂ ਇਹਨਾਂ ਨਾਲ ਕੋਈ ਵੀ ਲਿਹਾਜ਼ ਨਹੀਂ ਕਰਨੀ ਹੈ। ਮਰਦਾ ਕੀ ਨਾ ਕਰਦਾ ਕਹਾਵਤ ਵਾਂਗ ਸਭ ਕੁਝ ਕਰ ਹੀ ਦੇਣਾ ਹੈ। ਉਂਝ ਜਪਨਾਮ ਦੀ ਉਸ ਵੀਡੀਓ ਦਾ ਮੈਨੂੰ ਬੁੱਕਲ ਦੇ ਹਥਿਆਰ ਵਰਗਾ ਬੜਾ ਹੀ ਮਾਨਸਿਕ ਆਸਰਾ ਮਿਲਿਆ ਹੋਇਆ ਸੀ। ਜਦ ਕਦੇ ਵੀ ਮੇਰਾ ਦਿਲ ਡੋਲਣ ਲੱਗਦਾ ਤਾਂ ਮੈਂ ਇਸ ਵੀਡੀਓ ਨੂੰ ਸਭ ਤੋਂ ਚੋਰੀ ਵੇਖ ਕੇ ਫਿਰ ਤੋਂ ਹੌਸਲੇ ਵਿੱਚ ਆ ਜਾਂਦਾ ਸਾਂ।